ਸਤਿ ਸ਼੍ਰੀ ਅਕਾਲ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦਾ ਖਬਰਾਂ ਤੋਂ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। AGM UT ਕੈਡਰ ਦੇ 1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਦੇ ਨਵੇਂ ਐਡਵਾਈਜ਼ਰ। खेती कानूनों खिलाफ संघर्ष कर रहे निहंग सिंह नूं पुलिस ने चुक्या, फिर लोकां दे रो अगे चुकी पुलिस। ਅੱਜ ਚੰਡੀਗੜ੍ਹ ਵਿੱਚ ਕੋਰੋਨਾ ਕਾਰਨ 7ਵਾਂ ਅੰਤਰਰਾਸ਼ਟਰੀ ਯੋਗ ਡੇ ਦਾ ਨਹੀਂ ਕੀਤਾ ਗਿਆ ਪ੍ਰਬੰਧ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਐਡਵਾਈਜ਼ਰ ਦੀ। ਦਰਅਸਲ ਚੰਡੀਗੜ੍ਹ ਨੂੰ ਹੁਣ ਇੱਕ ਨਵਾਂ ਐਡਵਾਈਜ਼ਰ ਮਿਲ ਚੁੱਕਿਆ ਹੈ। ਇਹ ਐਡਵਾਈਜ਼ਰ ਮੂਲ ਰੂਪ ਤੋਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਦਾ ਨਾਮ ਹੈ ਧਰਮਪਾਲ। ਤੇ ਧਰਮਪਾਲ ਹੁਣ ਨਿਯੁਕਤ ਕੀਤੇ ਗਏ ਨੇ ਚੰਡੀਗੜ੍ਹ ਦੇ ਨਵੇਂ ਐਡਵਾਈਜ਼ਰ ਦੇ ਤੌਰ ਤੇ। ਤੁਹਾਨੂੰ ਦੱਸ ਦਈਏ ਕਿ AGM UT ਕੈਡਰ ਦੇ 1988 ਬੈਚ ਦੇ IAS ਅਧਿਕਾਰੀ ਹਨ ਧਰਮਪਾਲ ਤੇ ਉਹ ਚੰਡੀਗੜ੍ਹ ਦੇ ਨਵੇਂ ਐਡਵਾਈਜ਼ਰ ਬਣੇ ਨੇ। ਇੰਨੀ ਦਿਨੀ IAS ਧਰਮਪਾਲ ਕੈਮੀਕਲ ਐਂਡ ਫਰਟੀਲਾਈਜ਼ਰਸ ਦੇ ਐਡੀਸ਼ਨਲ ਸੈਕਟਰੀ ਹਨ। ਦੱਸ ਦਈਏ ਕਿ ਚੰਡੀਗੜ੍ਹ ਦੇ ਨਵੇਂ ਐਡਵਾਈਜ਼ਰ ਧਰਮਪਾਲ ਚੰਡੀਗੜ੍ਹ ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪੜ੍ਹੇ ਹੋਏ ਨੇ ਤੇ ਉਹ ਮੂਲ ਰੂਪ ਤੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਬੰਗਾ ਦੇ ਰਹਿਣ ਵਾਲੇ ਨੇ। ਹੁਣ ਗੱਲ ਖੇਤੀ ਕਾਨੂੰਨਾਂ ਦੀ। ਕਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਕਿ ਤਿੰਨੋਂ ਖੇਤੀ ਕਾਨੂੰਨ ਹੈਗੇ ਨੇ ਜਿਹੜੇ ਉਹ ਵਾਪਸ ਲੈ ਲਏ ਜਾਣ ਤੇ ਇਹ ਸੰਘਰਸ਼ ਲਗਾਤਾਰ ਹੈਗਾ ਜਿਹੜਾ ਉਹ ਜਾਰੀ ਹੈਗਾ ਹੈ। ਇਸੇ ਦੇ ਚੱਲਦਿਆਂ ਇੱਕ ਨਿਹੰਗ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਸੀ, ਪਰ ਜਦੋਂ ਕਿਸਾਨਾਂ ਦਾ ਰੋਹ ਵਧਿਆ ਤਾਂ ਇਸੇ ਰੋਹ ਦੇ ਅੱਗੇ ਪੁਲਿਸ ਝੁਕ ਗਈ ਤੇ ਉਹਨਾਂ ਨੂੰ ਉਸ ਨਿਹੰਗ ਸਿੰਘ ਨੂੰ ਛੱਡਣਾ ਪਿਆ। ਸੈਕਟਰ 17 ਦੇ ਮਟਕਾ ਚੌਂਕ ਦੇ ਵਿੱਚ ਕਈ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਬੈਠੇ ਨਿਹੰਗ ਸਿੰਘ ਲਾਭ ਸਿੰਘ ਨੂੰ ਸੈਕਟਰ 17 ਦੀ ਪੁਲਿਸ ਨੇ ਸੋਮਵਾਰ ਦੀ ਸਵੇਰ ਹੀ ਖਾ ਲਿਆ, ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਥਾਣਾ 17 ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ 17 ਥਾਣਾ ਦੇ ਬਾਹਰ ਕਿਸਾਨਾਂ ਦਾ ਇਕੱਠ ਵੱਡਾ ਹੋ ਗਿਆ ਤੇ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸੀ ਤੇ ਕਿਸਾਨ ਅਤੇ ਪੁਲਿਸ ਦਰਮਿਆਨ ਕਾਫੀ ਗੱਲਬਾਤ ਵੀ ਹੋਈ, ਲੇਕਿਨ ਇਹ ਗੱਲਬਾਤ ਬੇਅਸਰ ਸਾਬਤ ਹੋਈ, ਜਿਸ ਤੋਂ ਬਾਅਦ ਹੌਲੀ-ਹੌਲੀ ਪੰਚਕੂਲਾ ਮੋਹਾਲੀ ਤੋਂ ਵੀ ਕਿਸਾਨ ਜੁੜਨੇ ਸ਼ੁਰੂ ਹੋ ਗਏ ਤੇ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਪੂਰੀ ਕਮਰ ਕਸੀ ਕਰ ਲਈ ਅਤੇ ਉਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਦਰਮਿਆਨ ਫਿਰ ਤੋਂ ਗੱਲਬਾਤ ਹੋਈ, ਜਿਸ ਵਿੱਚ ਇਹ ਗੱਲ ਰੱਖੀ ਗਈ ਕਿ ਨਿਹੰਗ ਸਿੰਘ ਇਕੱਲੇ ਉੱਥੇ ਬੈਠ ਸਕਦੇ ਨੇ ਅਤੇ ਤੰਬੂ ਅਤੇ ਹੋਰ ਸਮਾਨ ਮਟਕਾ ਚੌਂਕ ਵਿੱਚ ਨਹੀਂ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਹਿਮਤੀ ਬਣੀ ਤੇ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਤੇ ਉੱਥੇ ਹੀ ਪੁਲਿਸ ਨੇ ਬਾਬਾ ਲਾਭ ਸਿੰਘ ਨੂੰ ਛੱਡ ਦਿੱਤਾ। ਪਰ ਨਾਲ ਹੀ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਅੰਦੋਲਨ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤੋਂ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿੜੰਤ ਹੋ ਗਈ, ਜਿਸ ਦੇ ਵਿੱਚ 5 ਲੋਕ ਹੈਗੇ ਨੇ ਜਿਹੜੇ ਇਸ ਐਕਸੀਡੈਂਟ ਦੇ ਕਰਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ PGI ਦੇ ਵਿੱਚ ਰੈਫਰ ਕਰ ਦਿੱਤਾ ਗਿਆ।
ਭਾਰਤ ਦੇਸ਼ ਦੇ ਵਿੱਚ ਵਿਦੇਸ਼ੀ ਸਰਕਾਰਾਂ ਦੇ ਖਿਲਾਫ ਵੀ ਪ੍ਰਦਰਸ਼ਨ ਹੋ ਸਕਦਾ ਹੈ। ਅਜਿਹਾ ਕਦੇ ਕਿਸੇ ਨੇ ਸੋਚਿਆ ਨਹੀਂ ਸੀ, ਪਰ ਅਜਿਹਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ, ਜਿੱਥੇ ਵੱਡੀ ਗਿਣਤੀ ਨੌਜਵਾਨਾਂ ਨੇ ਨਿਊਜ਼ੀਲੈਂਡ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਹ ਨੌਜਵਾਨ ਦਿੱਲੀ, ਪੰਜਾਬ ਤੇ ਰਹਿਣ ਵਾਲੇ ਸੀ ਤੇ ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਵੱਡੇ ਵੱਡੇ ਬੈਨਰ ਫੜੇ ਹੋਏ ਸੀ ਤੇ ਇਹ ਲਗਾਤਾਰ ਨਿਊਜ਼ੀਲੈਂਡ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਆਖਿਰਕਾਰ ਇਹਨਾਂ ਦੇ ਪ੍ਰਦਰਸ਼ਨ ਦੇ ਪਿੱਛੇ ਕਾਰਨ ਕੀ ਹੈ, ਦੇਖਦੇ ਹਾਂ ਇਸ ਰਿਪੋਰਟ ਵਿੱਚ। 7ਵੇਂ ਅੰਤਰਰਾਸ਼ਟਰੀ ਯੋਗ ਦਿਹਾੜੇ ਮੌਕੇ ਕਰੋਨਾ ਮਹਾਮਾਰੀ ਵਿਚਕਾਰ ਚੰਡੀਗੜ੍ਹ ਵਿਖੇ ਕੋਈ ਵੱਡਾ ਆਯੋਜਨ ਨਹੀਂ ਹੋਇਆ, ਪਰ ਚੰਡੀਗੜ੍ਹ ਦੇ ਸੈਕਟਰ 23 ਦੇ ਤੀਰਥ ਗਵਰਨਮੈਂਟ ਕਾਲਜ ਦੇ ਵਿੱਚ ਯੋਗਾ ਐਜੂਕੇਸ਼ਨ ਐਂਡ ਹੈਲਥ ਦੇ ਆਯੂਸ਼ ਮੰਤਰਾਲੇ ਦੇ ਸਹਿਯੋਗ ਦੇ ਨਾਲ ਯੋਗ ਦਿਹਾੜਾ ਮਨਾਇਆ ਗਿਆ। ਇਸ ਮੌਕੇ ਆਯੂਸ਼ ਮੰਤਰਾਲੇ ਦੇ ਜੁਆਇੰਟ ਡਾਇਰੈਕਟਰ ਵੀ ਇਸ ਕਾਰਜਕ੍ਰਮ ਦੇ ਵਿੱਚ ਸ਼ਾਮਲ ਹੋਏ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਹੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਤੇ ਯੋਗ ਸਾਡੀ ਪ੍ਰਾਚੀਨ ਪद्धति ਹੈ ਤੇ ਜਿਸ ਦੇ ਚਲਦਿਆਂ ਅਸੀਂ ਸਾਰੇ ਆਪਣੇ ਆਪ ਨੂੰ शांत ਤੇ स्वस्थ रख सकते हैं। योग की अहमियत तो बहुत है। ये हमारी एक पारंपरिक विरासत है जो हमारे ऋषि मुनियों ने हमें दी है और हम इसको अपने शारीरिक स्वास्थ्य के लिए, मानसिक स्वास्थ्य के लिए और आध्यात्मिक उत्थान के लिए इस्तेमाल करते हैं। और आज के टाइम में जबकि पेंडेमिक बहुत अग्रसर रूप ले रहा है तो योग का महत्व और बढ़ गया है। हमारे फेफड़ों की स्वस्थता के लिए, इम्यूनिटी को बनाए रखने के लिए योग के महत्व को नकारा नहीं जा सकता। सो आज के समय में बहुत योग का महत्व बढ़ गया है। किसी भी आम आदमी को अपने स्वास्थ्य के अनुसार, अपनी क्षमता के अनुसार, अपनी शारीरिक संरचना के अनुसार जो भी कॉमन योग के सिंपल योग हैं वो ज़रूर करने चाहिए और साथ में जो ब्रीदिंग एक्सरसाइजेज हैं, प्राणायाम है वो ज़रूर करनी चाहिए ताकि शारीरिक स्वास्थ्य अच्छा बना रहे। और समय जो है वो सुबह का समय सबसे उत्तम है और शुमानाम भी शाम के समय भी हम कर सकते हैं योग। ਦੂਜੇ ਪਾਸੇ ਆਯੂਸ਼ ਮੰਤਰਾਲੇ ਦੇ ਜੁਆਇੰਟ ਡਾਇਰੈਕਟਰ ਡਾਕਟਰ MS ਭਾਰਦਵਾਜ ਨੇ ਦੱਸਿਆ ਕਿ ਯੋਗ ਨਾ ਸਿਰਫ ਸਾਡੀ ਐਕਸਰਸਾਈਜ਼ ਦੇ ਰੂਪ ਨੂੰ ਲੈ ਕੇ ਹੀ ਮੰਨਿਆ ਜਾਂਦਾ ਹੈ, ਬਲਕਿ ਇਹਨੂੰ ਇੱਕ ਸਾਧਨਾ ਦੇ ਤੌਰ ਤੇ ਵੀ ਵੇਖਿਆ ਜਾਂਦਾ ਹੈ ਤੇ ਇਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ है। योगा का बहुत महत्व है जी। योग को हम एक एक्सरसाइज के रूप में ना लेके इसको साधना के रूप में लेके हमें इनको सुबह जल्दी उठ के और हमें योग साधना, योग प्राणायाम इनको करना चाहिए। इससे क्या होता है, हमारे शरीर की तंदुरुस्ती बढ़ती है, इम्यूनिटी बढ़ती है। तो हम किसी की तरह की कोई बीमारी है उससे लड़ने में हम सक्षम रहते हैं। तो इस कोरोना काल में जो लोग इसका प्राणायाम और योग का हेल्प ले रहे हैं, मेरे को लगता है कि उनकी इम्यूनिटी जो है बहुत हार्ड रही है और इससे वो कोरोना से बच पाए हैं। तो और भी कोई किसी भी किस्म की कोई जो हमारी बीमारी आती है, तो अगर हमारी इम्यूनिटी हार्ड है तो हमारी जो इम्यूनिटी स्ट्रांग है, प्रतिरोधक क्षमता अगर हमारी ठीक है तो हम बीमारी से लड़ने से सक्षम हैं। तो इसलिए योग का जो है हमारे जीवन में बहुत बड़ा महत्व है। ਦੱਸ ਦਈਏ ਕਿ ਇਸ ਦਰਮਿਆਨ ਜਿੱਥੇ ਯੋਗ ਦਿਹਾੜੇ ਮੌਕੇ ਲੋਕਾਂ ਨੂੰ ਯੋਗ ਦੇ ਬਾਰੇ ਜਾਣੂ ਕਰਵਾਇਆ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੂੰ ਯੋਗ ਕਰਨ ਦੀ ਸਖਤ ਵੀ ਦਿਲਵਾਈ ਗਈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਪਰ ਕੋਰੋਨਾ ਦਾ ਜਿਹੜਾ ਕਹਿਰ ਹੈਗਾ ਹੈ ਉਹ ਇਸ ਤੇ ਵੀ ਦੇਖਣ ਨੂੰ ਮਿਲਿਆ, ਕਿਉਂਕਿ ਜਿਹੜੀ ਧੂਮ ਦੇ ਨਾਲ ਇਹ ਯੋਗਾ ਦਿਵਸ ਹਮੇਸ਼ਾ ਮਨਾਇਆ ਜਾਂਦਾ ਸੀ, ਇਸ ਵਾਰ ਨਹੀਂ ਮਨਾਇਆ ਗਿਆ। ਚੰਡੀਗੜ੍ਹ ਦੇ ਵਿੱਚ ਵੀ ਇਸ ਨੂੰ ਲੈ ਕੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਆਯੂਸ਼ ਮੰਤਰਾਲੇ ਦੇ ਸਹਿਯੋਗ ਦੇ ਨਾਲ ਯੋਗ ਦਿਹਾੜਾ ਮਨਾਇਆ ਗਿਆ। ਇਸ ਮੌਕੇ ਆਯੂਸ਼ ਮੰਤਰਾਲੇ ਦੇ ਜੁਆਇੰਟ ਡਾਇਰੈਕਟਰ ਵੀ ਇਸ ਕਾਰਜਕ੍ਰਮ ਦੇ ਵਿੱਚ ਸ਼ਾਮਲ ਹੋਏ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਹੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਤੇ ਯੋਗ ਸਾਡੀ ਪ੍ਰਾਚੀਨ ਪद्धति ਹੈ ਤੇ ਜਿਸ ਦੇ ਚਲਦਿਆਂ ਅਸੀਂ ਸਾਰੇ ਆਪਣੇ ਆਪ ਨੂੰ शांत ਤੇ स्वस्थ रख सकते हैं। योग की अहमियत तो बहुत है। ये हमारी एक पारंपरिक विरासत है जो हमारे ऋषि मुनियों ने हमें दी है और हम इसको अपने शारीरिक स्वास्थ्य के लिए, मानसिक स्वास्थ्य के लिए और आध्यात्मिक उत्थान के लिए इस्तेमाल करते हैं। और आज के टाइम में जबकि पेंडेमिक बहुत अग्रसर रूप ले रहा है तो योग का महत्व और बढ़ गया है। हमारे फेफड़ों की स्वस्थता के लिए, इम्यूनिटी को बनाए रखने के लिए योग के महत्व को नकारा नहीं जा सकता। सो आज के समय में बहुत योग का महत्व बढ़ गया है। एक आम आदमी को कौन कौन से ऐसे योग करने चाहिए और कब करना चाहिए? किसी भी आम आदमी को अपने स्वास्थ्य के अनुसार, अपनी क्षमता के अनुसार, अपनी शारीरिक संरचना के अनुसार जो भी कॉमन योग के सिंपल योग हैं वो ज़रूर करने चाहिए और साथ में जो ब्रीदिंग एक्सरसाइजेज हैं, प्राणायाम है वो ज़रूर करनी चाहिए ताकि शारीरिक स्वास्थ्य अच्छा बना रहे। और समय जो है वो सुबह का समय सबसे उत्तम है और शुमानाम भी शाम के समय भी हम कर सकते हैं योग। तो हो सके तो
खाली पेट ही करना चाहिए। ਦੂਜੇ ਪਾਸੇ ਆਯੂਸ਼ ਮੰਤਰਾਲੇ ਦੇ ਜੁਆਇੰਟ ਡਾਇਰੈਕਟਰ ਡਾਕਟਰ MS ਭਾਰਦਵਾਜ ਨੇ ਦੱਸਿਆ ਕਿ ਯੋਗ ਨਾ ਸਿਰਫ ਸਾਡੀ ਐਕਸਰਸਾਈਜ਼ ਦੇ ਰੂਪ ਨੂੰ ਲੈ ਕੇ ਹੀ ਮੰਨਿਆ ਜਾਂਦਾ ਹੈ ਬਲਕਿ ਇਹਨੂੰ ਇੱਕ ਸਾਧਨਾ ਦੇ ਤੌਰ ਤੇ ਵੀ ਵੇਖਿਆ ਜਾਂਦਾ ਹੈ ਤੇ ਇਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ ਹੈ। योगा का बहुत महत्व है जी। योग को हम एक एक्सरसाइज के रूप में ना लेके इसको साधना के रूप में लेके हमें इनको सुबह जल्दी उठ के और हमें योग साधना, योग प्राणायाम इनको करना चाहिए। इससे क्या होता है, हमारे शरीर की तंदुरुस्ती बढ़ती है, इम्यूनिटी बढ़ती है, तो हम किसी भी तरह की कोई बीमारी है उससे लड़ने में हम सक्षम रहते हैं। तो इस कोरोना काल में जो लोग इसका प्राणायाम और योग का हेल्प ले रहे हैं, मेरे को लगता है कि उनकी इम्यूनिटी जो है बहुत हार्ड रही है और इससे वो कोरोना से बच पाए हैं। तो और भी कोई किसी भी किस्म की कोई जो हमारी बीमारी आती है, तो अगर हमारी इम्यूनिटी हार्ड है तो हमारी जो इम्यूनिटी स्ट्रांग है, प्रतिरोधक क्षमता अगर हमारी ठीक है तो हम बीमारी से लड़ने से सक्षम हैं। तो इसलिए योग का जो है हमारे जीवन में बहुत बड़ा महत्व है। ਦੱਸ ਦਈਏ ਕਿ ਇਸ ਦਰਮਿਆਨ ਜਿੱਥੇ ਯੋਗ ਦਿਹਾੜੇ ਮੌਕੇ ਲੋਕਾਂ ਨੂੰ ਯੋਗ ਦੇ ਬਾਰੇ ਜਾਣੂ ਕਰਵਾਇਆ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੂੰ ਯੋਗ ਕਰਨ ਦੀ ਸਖਤ ਵੀ ਦਿਲਵਾਈ ਗਈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਤਾਂ ਇਹ ਸੀ ਹੁਣ ਤੱਕ ਦੀਆਂ ਅਹਿਮ ਖਬਰਾਂ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਸਤਿ ਸ਼੍ਰੀ ਅਕਾਲ।